ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦੇਸ਼ ਭਰ ਦੇ ਵਿੱਚ ਹੋਏ ਚੱਕਾ ਜਾਮ ਅਤੇ ਇਹਦੇ ਨਾਲ ਹੀ ਜਿਹੜਾ ਅਸੀਂ ਗੱਲ ਕਰਾਂਗੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਅਸੀਂ ਸ਼ੁਰੂਆਤ ਜਿਹੜੀ ਹੈ ਅੱਜ ਕਿਸਾਨ ਅੰਦੋਲਨ ਤੋਂ ਹੀ ਕਰਾਂਗੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਰੇਲ ਪਟਰੀਆਂ ਤੇ ਧਰਨੇ ਦਿੱਤੇ ਗਏ। ਇਹ ਜਿਹੜਾ ਰੇਲ ਰੋਕੋ ਅੰਦੋਲਨ ਸੀ, ਚੱਕਾ ਜਾਮ ਅੱਜ ਦੇਸ਼ ਭਰ ਦੇ ਵਿੱਚ ਕੀਤਾ, ਜਿਹਨੂੰ ਕਿ ਬਹੁਤ ਵੱਡੇ ਪੱਧਰ ਤੇ ਹੁੰਗਾਰਾ ਮਿਲਿਆ। ਅਸੀਂ ਜਾਣਨਾ ਚਾਹਾਂਗੇ ਇਸ ਚੱਕਾ ਜਾਮ ਦਾ ਜਿਹੜਾ ਹੈਗਾ ਕਿਸਾਨ ਅੰਦੋਲਨ ਤੇ ਜਾਂ ਆਮ ਲੋਕਾਂ ਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਦਿਖਾਈ ਦਿੱਤਾ। ਬਿਲਕੁਲ, ਇਹ ਜਿਹੜਾ ਜਥੇਬੰਦੀਆਂ ਨੇ ਸੱਦਾ ਦਿੱਤਾ ਇਹ ਤੋਂ ਪਹਿਲਾਂ ਵੀ ਜਿਹੜਾ ਚੱਕਾ ਜਾਮ ਦਾ ਸੀ, ਸੜਕਾਂ ਜਾਮ ਕਰਨ ਦਾ ਸੀ 3 ਘੰਟਿਆਂ ਦੇ ਵਾਸਤੇ, ਤੇ ਇਹ ਅਸਲ ਦੇ ਵਿੱਚ ਅੰਦੋਲਨ ਦਾ ਇੱਕ ਪ੍ਰਭਾਵ ਦਿਖਾਉਣ ਦਾ ਜਾਂ ਪ੍ਰਭਾਵ ਦਾ ਅੰਦਾਜ਼ਾ ਲਾਉਣ ਦਾ ਵੀ ਇੱਕ ਤਰੀਕਾਕਾਰ ਹੁੰਦਾ ਕਿ ਜਦੋਂ ਤੁਸੀਂ ਆਲ ਇੰਡੀਆ ਲੈਵਲ ਦੀ ਕਾਲ ਦਿੰਦੇ ਹੋ। ਤੇ ਨਾਰਮਲੀ ਇਹ ਜਥੇਬੰਦੀਆਂ ਨੇ ਇਸ ਕਰਕੇ ਵੀ ਕੀਤਾ ਕਿਉਂਕਿ ਅਜੇ ਵੀ ਜਿਹੜਾ ਦੇਸ਼ ਦਾ ਖੇਤੀ ਮੰਤਰੀ ਇਹ ਕਹੀ ਜਾਂਦਾ ਕਿ ਇਹ ਇੱਕ ਸੂਬੇ ਦਾ ਅੰਦੋਲਨ ਹੈ, ਇੱਕ ਸੂਬੇ ਤੱਕ ਸੀਮਤ ਹੈ, ਬਾਕੀ ਦੇ ਸਾਰੇ ਖੁਸ਼ ਨੇ ਇਸ ਗੱਲ ਦੇ ਨਾਲ। ਤੇ ਇਹ ਜਿਹੜਾ 4 ਘੰਟੇ ਦਾ ਰੇਲਵੇ ਦਾ ਜਿੰਨੀਆਂ ਵੀ ਰਿਪੋਰਟਾਂ ਹੁਣ ਤੱਕ ਆ ਰਹੀਆਂ ਨੇ, ਇਹਦਾ ਅਸਰ ਨਾ ਕੇਵਲ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਤੱਕ ਸੀਮਤ ਹੈ, ਇਹਦਾ ਅਸਰ ਮੱਧ ਪ੍ਰਦੇਸ਼ ਦੇ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ, ਇਹਦਾ ਅਸਰ ਬਿਹਾਰ ਦੇ ਵਿੱਚ ਵੀ, ਕਰਨਾਟਕ ਦੇ ਵਿੱਚ ਵੀ, ਵੱਖ-ਵੱਖ ਹੋਰ ਸਾਰੇ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲਿਆ। ਔਰ ਜਿੰਨੀਆਂ ਵੀ ਰਿਪੋਰਟਾਂ ਸਭ ਦੇ ਸਾਹਮਣੇ ਨੇ। ਹਾਲਾਂਕਿ ਪਹਿਲਾਂ ਵਾਲਾ ਜਿਹੜਾ ਸੜਕ ਰੋਕਣ ਵਾਲਾ ਸਵਾਲ ਸੀ, ਉਦੋਂ ਵੀ 3000 ਜਗ੍ਹਾ ਦੇ ਉੱਤੇ ਜਿਹੜੀਆਂ ਸੜਕਾਂ ਉਸ ਲੈਵਲ 'ਤੇ ਰੁਕੀਆਂ। ਇਹਦਾ ਮਤਲਬ ਇਹ ਹੈ ਕਿ ਇਸ ਅੰਦੋਲਨ ਦਾ ਦੇਸ਼ ਦੇ ਅੰਦਰ ਜਿਹੜਾ ਹੈ ਪ੍ਰਭਾਵ ਵੱਧ ਰਿਹਾ ਹੈ। ਇੱਕ ਇਹਦੇ ਨਾਲ ਇਸ ਕਰਕੇ ਵੀ ਇਹ ਸੱਦਾ ਦਿੱਤਾ ਜਾਂਦਾ ਹੈ ਕਿਉਂਕਿ ਕਿਸਾਨਾਂ ਨੂੰ ਇਹ ਲੱਗਦਾ ਕਿ ਜਿੱਥੇ ਤੱਕ ਸਾਡਾ ਮੁੱਦਾ ਜਾਂ ਏਜੰਡਾ ਜਾਂ ਸਾਡੀ ਉਹਦੀ ਵਿਆਖਿਆ ਨਹੀਂ ਪਹੁੰਚੀ, ਜਦੋਂ ਕੋਈ ਉਹ ਇਹੋ ਜਿਹਾ ਸੱਦਾ ਦਿੰਦੇ ਨੇ ਤਾਂ ਘੱਟੋ ਘੱਟ ਲੋਕ ਇਹ ਜਾਣਨਾ ਤਾਂ ਚਾਹੁੰਦੇ ਨੇ ਕਿ ਕੀ ਗੱਲ ਹੈ ਅਸਲ ਦੇ ਵਿੱਚ ਜਿਹੜੀ ਹੱਲ ਨਹੀਂ ਹੋ ਰਹੀ, ਤੁਸੀਂ ਕੀ ਚਾਹੁੰਦੇ ਹੋ, ਗੌਰਮੈਂਟ ਕੀ ਕਰਦੀ ਹੈ। ਇਹਦੇ ਨਾਲ ਇੱਕ ਜਾਗਰੂਕਤਾ ਪੈਦਾ ਹੁੰਦੀ ਹੈ ਜਿੱਥੋਂ ਤੱਕ ਦੇ ਲੋਕ ਨੇ, ਚਾਹੇ ਉਹ ਸਵਾਰੀਆਂ ਵੀ ਕਿਤੇ ਖੜੀਆਂ ਨੇ। ਹਾਲਾਂਕਿ ਕਿਸਾਨਾਂ ਨੇ ਤਾਂ ਇੱਕ ਹੋਰ ਫੈਸਲਾ ਕੀਤਾ ਸੀ ਜਿਹੜਾ ਆਮ ਬੰਦ ਨਾਲੋਂ ਬਿਹਤਰ ਹੈਗਾ ਸੀ। ਉਹਨਾਂ ਦਾ ਇਹ ਸੀ ਕਿ ਜਿਹੜੇ ਜੇ ਮੁਸਾਫਰ ਵੀ ਫਸ ਜਾਣਗੇ ਕਿਤੇ ਜਾਂ ਗੱਡੀ ਕਿਤੇ ਖੜ੍ਹ ਜਾਏਗੀ, ਉਹਨਾਂ ਲਈ ਖਾਣੇ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ ਤੇ ਸਾਰਾ ਇਹ ਕਰਕੇ ਤੇ ਉਹਨਾਂ ਨੂੰ ਦੱਸਣੀ ਹੈ ਗੱਲ, ਨਾ ਕਿ ਉਹਨਾਂ ਨੂੰ ਤੰਗ ਕਰਨਾ। ਇਹ ਇੱਕ ਹਿਊਮਨਟੇਰੀਅਨ ਜਾਂ ਇਨਸਾਨੀ ਐਟੀਚਿਊਡ ਹੈ, ਵਿਵਹਾਰ ਹੈ ਉਸ ਪੱਧਰ ਦਾ ਜਿਹੜਾ ਕਿਸਾਨ ਅੰਦੋਲਨ ਨੇ ਉਸ ਪੱਧਰ ਦੇ ਉੱਤੇ ਕੀਤਾ। ਬਿਨਾਂ ਸ਼ੱਕ ਇਹ ਅੰਦੋਲਨ ਦਾ ਜਿਹੜਾ ਅੱਜ ਦਾ ਸੱਦਾ ਸੀ ਉਹਦੇ ਨਾਲ ਅਸਰ ਪਏਗਾ ਔਰ ਸਰਕਾਰ ਦੀਆਂ ਦੀ ਵੀ ਜਿਹੜੀ ਇੰਟੈਲੀਜੈਂਸ ਹੈ ਜਾਂ ਸਰਕਾਰ ਆਪ ਵੀ ਦੇਖੂਗੀ ਕਿ ਇੰਨਾ ਜ਼ਿਆਦਾ ਉਹਦਾ ਅਸਰ ਜੇ ਹੋ ਰਿਹਾ ਤਾਂ ਅੰਦੋਲਨ ਫੈਲ ਰਿਹਾ। ਅਤੇ ਇਹ ਅੰਦੋਲਨ ਇੱਥੇ ਨਹੀਂ ਫੈਲ ਰਿਹਾ, ਇਹ ਦੁਨੀਆ ਪੱਧਰ ਦੇ ਵਿੱਚ ਵੀ ਇਹਦਾ ਅਸਰ ਹੋ ਰਿਹਾ। ਅਜੇ ਨਿਊਯਾਰਕ ਟਾਈਮਜ਼ ਨੇ ਦੇ ਵਿੱਚ ਇੱਕ ਛਪੀ ਹੋਈ ਇੱਕ ਨਿਊਜ਼ ਸੀ ਜਿਹਦੇ 'ਚ ਦੁਨੀਆ ਭਰ ਦੇ ਵਿੱਚ ਜਿਹੜੀਆਂ ਕਾਰਪੋਰੇਟ ਵਿਕਾਸ ਦੇ ਮਾਡਲ ਦੇ ਖਿਲਾਫ ਲੜਨ ਵਾਲੀਆਂ ਧਿਰਾਂ ਨੇ, ਜਥੇਬੰਦੀਆਂ ਨੇ, ਉਹਨਾਂ ਦੀਆਂ ਅੰਤਰਰਾਸ਼ਟਰੀ ਬ੍ਰਾਂਚਾਂ ਨੇ ਜਿਹੜੀਆਂ ਸਾਰੀਆਂ, ਉਹਨਾਂ ਸਭ ਨੇ ਇਕੱਠੇ ਹੋ ਕੇ ਇਸ ਕਿਸਾਨ ਅੰਦੋਲਨ ਦੇ ਪੱਖ ਦੇ ਵਿੱਚ ਸਟੈਂਡ ਲਿਆ ਕਿ ਅਸੀਂ ਉਹਦੇ ਨਾਲ। ਇਹਦਾ ਮਤਲਬ ਇਹ ਹੈ ਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਜਾਂ ਉਹਨਾਂ ਦੀ ਉਹਦੀ ਵਾਜਬੀਅਤ ਆ, ਉਹਦਾ ਦਲੀਲ ਉਹ ਵੱਧ ਰਹੀ ਹੈ ਲਗਾਤਾਰ। ਹਮੀਰ ਸਿੰਘ ਜੀ, ਇਹ ਕਿਸਾਨ ਅੰਦੋਲਨ ਜਿਹੜਾ ਹੈਗਾ ਪਿਛਲੇ ਲਗਭਗ 3 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਜਿਹੜਾ ਹੈਗਾ ਚੱਲ ਰਿਹਾ। ਜੇਕਰ ਗੱਲ ਕਰੀਏ ਹੁਣ ਤੱਕ ਤਾਂ ਇਹ ਕਿਸਾਨ ਅੰਦੋਲਨ ਠੰਡੀਆਂ ਰਾਤਾਂ ਦੇ ਵਿੱਚ ਚੱਲ ਰਿਹਾ ਸੀ, ਪਰ ਹੁਣ ਮੌਸਮ ਦੇ ਵਿੱਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨ ਆਗੂਆਂ ਵੱਲੋਂ ਕਿਸ ਤਰ੍ਹਾਂ ਹੀ ਜਿਹੜੀ ਹੈਗੀਆਂ ਤਿਆਰੀਆਂ ਕੀਤੀ ਜਾ ਰਹੀਆਂ। ਅਤੇ ਦੂਜਾ ਅਸੀਂ ਨਾਲ ਹੀ ਇਹ ਜਾਣਨਾ ਚਾਹਾਂਗੇ ਕਿ ਕੇਂਦਰ ਸਰਕਾਰ ਵੱਲੋਂ ਕੋਈ ਗੱਲਬਾਤ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਅੱਜ ਬਿਲਕੁਲ ਕਿਸਾਨ ਜਥੇਬੰਦੀਆਂ ਨੂੰ ਜਾਂ ਜਿਹੜੇ ਉੱਥੇ ਬੈਠੇ ਕਿਸਾਨ ਨੇ ਉਹਨਾਂ ਨੂੰ ਮੌਸਮ ਦੇ ਨਾਲ ਚੱਲਣਾ, ਮੇਰਾ ਖਿਆਲ ਹੈ ਕਿਸਾਨੀ ਤੋਂ ਜ਼ਿਆਦਾ ਮੌਸਮ ਨੂੰ ਸਮਝਣਾ ਅਤੇ ਮੌਸਮ ਦੇ ਨਾਲ ਚੱਲਣਾ ਕਿਸੇ ਵਰਗ ਦੇ ਹਿੱਸੇ ਨਹੀਂ ਆਇਆ ਕਿਉਂਕਿ ਅਜੇ ਇਹੀ ਕਿੱਤਾ ਹੈ ਜਿਹੜਾ ਕੁਦਰਤ ਦੇ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ ਅਤੇ ਕਿਹੜੇ ਮੌਸਮ 'ਚ ਕਿਵੇਂ ਕਰਨਾ, ਕਿਵੇਂ ਰਹਿਣਾ, ਇਹ ਉਸ ਦਾ ਹਿੱਸਾ ਬਣਿਆ ਹੋਇਆ, ਉਹਦੇ ਜੀਵਨ ਜਾਂਚ ਦਾ ਹਿੱਸਾ ਹੈ। ਅਤੇ ਇਸੇ ਕਰਕੇ ਉਹਨਾਂ ਨੇ ਹੁਣ ਤੋਂ ਹੀ ਉਹ ਪ੍ਰਬੰਧ ਕਰ ਲਏ ਨੇ। ਔਰ ਪਿਛਲੀ ਜਿਹੜੀ 2 ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਵੀ ਹੋਈ ਹੈ। ਉਹਨਾਂ ਨੇ ਪੂਰਾ ਇੱਕ ਅੰਦਾਜ਼ਾ ਲਾਇਆ ਕਿ ਆਉਣ ਵਾਲੇ ਸਮੇਂ 'ਚ ਕਿੰਨੇ ਪੱਖਿਆਂ ਦੀ, ਕਿੰਨੇ ਕੂਲਰਾਂ ਦੀ ਅਤੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਔਰ ਅਖਬਾਰਾਂ ਦੇ ਵਿੱਚ ਫੋਟੋਆਂ ਛਪਣ ਵੀ ਲੱਗ ਗਈਆਂ ਨੇ, ਕੂਲਰ ਜਾਂਦੇ ਟਰਾਲੀਆਂ 'ਚ ਭਰ ਕੇ ਅਤੇ ਉਹ ਸਾਰੇ ਪਾਸੇ ਵੱਲ ਜਿਸ ਤਰੀਕੇ ਦੇ ਹੈ ਨੇ, ਉਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਅਤੇ ਅਗਲੀ ਦਵਾਈ ਬੂਟੀ ਦੀ ਵੀ, ਬਾਕੀ ਚੀਜ਼ਾਂ ਦੀ ਵੀ ਲੋੜ ਪਏਗੀ ਕਿਉਂਕਿ ਜਿਹੋ ਜਿਹਾ ਮਾਹੌਲ ਆਏਗਾ ਇਹਦੇ ਵਿੱਚ ਬਰਸਾਤ ਦਾ ਮਾਹੌਲ ਵੀ ਆਏਗਾ, ਗਰਮੀ ਸਭ ਟਾਈਪ ਦਾ ਆਏਗਾ। ਪਰ ਇਹ ਚੀਜ਼ਾਂ ਦਾ ਬੰਦੋਬਸਤ ਇੱਕ ਗੱਲ ਦਿਖਾਉਂਦਾ ਹੈ ਕਿ ਕਿਸਾਨ
ਅੰਦੋਲਨ ਦੇ ਵਿੱਚ ਜਿਹੜੇ ਵੀ ਭਾਈਚਾਰੇ ਸ਼ਾਮਲ ਨੇ, ਪੂਰਾ ਪੇਂਡੂ ਭਾਈਚਾਰਾ, ਸ਼ਹਿਰੀ ਭਾਈਚਾਰਾ, ਲੋਕ ਅੰਦੋਲਨ ਬਣ ਗਿਆ ਤੇ ਉਸ ਲੋਕ ਅੰਦੋਲਨ ਦੇ ਵਿੱਚ ਉਹਨੂੰ ਆਰ-ਪਾਰ ਦੀ ਲੜਾਈ ਦੇ ਤੌਰ ਤੇ ਜੋ ਮਾਨਸਿਕਤਾ ਬਣਾ ਕੇ ਲੜ ਰਹੇ ਨੇ, ਇਹ ਉਹਦੀ ਪ੍ਰਤੀਬੱਧਤਾ ਤੇ ਉਹਦੀ ਡਿਟਰਮੀਨੇਸ਼ਨ ਨੂੰ ਦਿਖਾਉਂਦੇ ਨੇ ਕਿ ਉਹ ਲੰਮੀ ਤੋਂ ਲੰਮੀ ਲੜਾਈ ਦੇ ਵਾਸਤੇ ਆਪਣਾ ਮਨ ਤਿਆਰ ਕਰ ਚੁੱਕੇ ਹੈ। ਇਸੇ ਕਰਕੇ ਉਹ ਉਹਦੇ ਲਈ ਹੁਣ ਪ੍ਰਬੰਧ ਵੀ ਕਰ ਰਿਹਾ ਇਸ ਪਾਸੇ ਵੱਲ। ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਤੇ ਗੱਲਬਾਤ ਟੁੱਟੀ ਹੋਈ ਹੈ ਲਗਾਤਾਰ 22 ਤਰੀਕ ਤੋਂ ਬਾਅਦ, ਤੇ ਸਰਕਾਰ ਭਾਵੇਂ ਕਹਿੰਦੀ ਹੈ ਕਿ ਅਸੀਂ ਤਾਂ ਗੱਲਬਾਤ ਕਰਨ ਲਈ ਤਿਆਰ ਹਾਂ, ਇੱਕ ਕਾਲ ਦੂਰ ਆ, ਜੋ ਵੀ ਮਰਜ਼ੀ ਗੱਲਾਂ ਆਪਸ ਦੇ ਵਿੱਚ ਹੁੰਦੀਆਂ ਨੇ, ਪਰ ਇਹਦੇ ਤੋਂ ਨਜ਼ਰ ਆਉਂਦਾ ਕਿ ਉਹ ਗੰਭੀਰਤਾ ਨਹੀਂ ਹੈ ਗੱਲਬਾਤ ਦੇ ਵਿੱਚ। ਨਾਲ ਦੀ ਨਾਲ ਤੁਸੀਂ ਇਹ ਕਹੀ ਜਾਂਦੇ ਹੋ ਕਿ ਰੋਜ਼ ਬਿਆਨ ਆ ਰਹੇ ਨੇ ਕਿ ਕਾਨੂੰਨ ਤਾਂ ਠੀਕ ਨੇ, ਇਹਦੇ 'ਚ ਕਾਲਾ ਕੁਝ ਨਹੀਂ ਹੈ, ਇਹ ਸਾਰੀਆਂ ਗੱਲਾਂ ਕਿਸਾਨ ਦੇ ਪੱਖ 'ਚ ਹੈ, ਛੋਟੇ ਕਿਸਾਨ ਦੇ ਪੱਖ 'ਚ ਹੈ, ਇਹ ਸਮਾਂਤ ਕਿਸਾਨ ਦੇ ਪੱਖ 'ਚ ਹੈ। ਉਹ ਸਾਰੀਆਂ ਦਲੀਲਾਂ ਦਾ ਕੀ ਵਜਨ ਹੈ ਇਹ ਸਮਝ ਨਹੀਂ ਆਇਆ। ਪਰ ਜਿਵੇਂ ਜਿਵੇਂ ਦਬਾਅ ਵੱਧ ਰਿਹਾ ਦੇਸ਼ ਦੇ ਅੰਦਰ ਵੀ ਵੱਧ ਰਿਹਾ ਹੈ, ਔਰ ਜਿੰਨੀਆਂ ਵੀ ਆ ਮਹਾਪੰਚਾਇਤਾਂ ਹੋ ਰਹੀਆਂ ਨੇ, ਚਾਹੇ ਉਹ ਪੰਜਾਬ 'ਚ ਹੋ ਰਹੀਆਂ ਨੇ, ਚਾਹੇ ਦੇਸ਼ 'ਚ, ਆਪ ਮਹਾਰੇ ਲੋਕ ਆ ਰਹੇ ਨੇ, ਆਪ ਮਹਾਰੇ ਲੋਕਾਂ ਦਾ ਸਪੋਰਟ ਜਿਸ ਲੈਵਲ ਦਾ ਮਿਲ ਰਿਹਾ ਹੈ, ਤਾਂ ਬੀਜੇਪੀ ਦੇ ਅੰਦਰ ਵੀ ਇੱਕ ਹਿਲਜੁਲ ਦਿਖਾਈ ਦਿੰਦੀ ਹੈ। 2 ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਨੇ ਆਪਣੇ ਜਿਹੜੇ ਯੂਪੀ ਦੇ ਖਾਸ ਤੌਰ ਤੇ ਕਿਸਾਨ ਆਗੂਆਂ ਨਾਲ, ਪੋਲੀਟੀਕਲ ਆਗੂਆਂ ਨਾਲ ਜਿਹੜੇ ਕਿਸਾਨੀ 'ਚੋਂ ਆਉਂਦੇ ਨੇ, ਉਹਨਾਂ ਨਾਲ ਮੀਟਿੰਗ ਕੀਤੀ ਹੈ। ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਕਿਸਾਨਾਂ 'ਚ ਜਾਓ, ਉਹਨਾਂ ਨੂੰ ਸਮਝਾਓ, ਪ੍ਰੇਰਿਤ ਕਰੋ। ਔਰ ਉਹ ਚੀਜ਼ਾਂ ਜਿਹੜੀਆਂ ਨੇ ਦੂਜੇ ਪਾਸੇ ਜਿਹੜੀਆਂ ਖਾਪ ਪੰਚਾਇਤਾਂ ਤੇ ਮਹਾਪੰਚਾਇਤਾਂ ਹੋ ਰਹੀਆਂ ਨੇ, ਉਹਨਾਂ 'ਚ ਇਹ ਸੱਦਾ ਆ ਗਿਆ ਕਿ ਜਿਹੜੇ ਕਿਸਾਨੀ 'ਚੋਂ ਗਏ ਲੀਡਰ ਕਿਸਾਨ ਅੰਦੋਲਨ ਦੇ ਪੱਖ 'ਚ ਨਹੀਂ ਹੈ, ਉਹਨਾਂ ਨੂੰ ਪਿੰਡ 'ਚ ਨਾਮ ਨਹੀਂ ਵੜਨ ਦਿੱਤਾ ਜਾਏਗਾ। ਇਹ ਜਿਹੜਾ ਇੱਕ ਲੈਵਲ ਹੈ, ਇਹਦੇ ਤੋਂ ਦਬਾਅ ਮਹਿਸੂਸ ਕਰ ਰਹੀ ਹੈ ਸਰਕਾਰ। ਹੁਣ ਅਗਲੀ ਗੱਲ ਮੈਨੂੰ ਨਹੀਂ ਲੱਗਦਾ ਕਿ ਲੰਮਾ ਬਹੁਤ ਜ਼ਿਆਦਾ ਉਹ ਗੱਲ ਹੀ ਨਾ ਦਾ ਸੱਦਾ ਹੀ ਨਾ ਦੇਵੇ। ਗੱਲਬਾਤ ਦਾ ਸੱਦਾ ਤਾਂ ਉਹਨੂੰ ਦੇਣਾ ਪਏਗਾ, ਇਹ ਦਿਖਾਉਣਾ ਵੀ ਪਏਗਾ, ਦੁਨੀਆ ਨੂੰ ਵੀ ਇਹ ਦਿਖਾਉਣਾ ਪਏਗਾ ਜਵਾਬਦੇਹੀ, ਤੇ ਦੇਸ਼ ਦੇ ਲੋਕਾਂ ਨੂੰ ਵੀ ਦਿਖਾਉਣਾ ਪਏਗਾ। ਉਹ ਗੱਲਬਾਤ ਦੇ ਵਿੱਚ ਕੁਝ ਨਿਬੜਦਾ ਨਹੀਂ ਨਿਬੜਦਾ ਉਹ ਅਲੱਗ ਗੱਲ ਹੈ, ਪਰ ਗੱਲਬਾਤ ਦਾ ਸੱਦਾ ਮੈਨੂੰ ਲੱਗਦਾ ਗਵਰਨਮੈਂਟ ਨੂੰ ਜਲਦੀ ਦੇਣਾ ਪਏਗਾ। ਜੀ ਹਮੀਰ ਸਿੰਘ ਜੀ, ਇਹ ਤਾਂ ਸੀ ਕਿਸਾਨ ਅੰਦੋਲਨ ਦੀ ਗੱਲ। ਹੁਣ ਅਸੀਂ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੀ, ਜੋ ਕਿ ਮਾਂ ਬੋਲੀ 'ਤੇ ਆਧਾਰਿਤ ਜਿਹੜੀ ਹੈਗੀ ਹੈ ਯੂਨੀਵਰਸਿਟੀ ਬਣੀ ਹੋਈ ਹੈ। 21 ਫਰਵਰੀ ਨੂੰ ਜਿਹੜਾ ਹੈ ਕੌਮਾਂਤਰੀ ਮਾਤ ਭਾਸ਼ਾ ਦਿਵਸ ਜਿਹੜਾ ਹੈਗਾ ਤੇ ਉਸ ਨੂੰ ਪੰਜਾਬੀ ਯੂਨੀਵਰਸਿਟੀ ਕੱਲ੍ਹ ਨੂੰ ਮਨਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ, ਇੱਕ ਤਾਂ ਪੰਜਾਬੀ ਯੂਨੀਵਰਸਿਟੀ ਦੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਇਹਦੇ ਨਾਲ ਹੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਇਸ ਟਾਈਮ ਕਿਸ ਤਰ੍ਹਾਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਹਦੇ 'ਚ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਕੇਵਲ 2 ਹੀ ਯੂਨੀਵਰਸਿਟੀਆਂ ਨੇ, ਉਹਦੇ 'ਚੋਂ ਇੱਕ ਪੰਜਾਬੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਆਧਾਰ 'ਤੇ ਬਣੀ ਹੋਈ ਹੈ। ਇਹ ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਨਾਂ 'ਤੇ, ਜਿਹੜੀ ਪੰਜਾਬੀ ਸੱਭਿਆਚਾਰ ਨੂੰ ਤੇ ਉਹਨੂੰ ਵਿਕਸਿਤ ਕਰਨ ਦੇ ਲਈ ਜਿਹਦਾ ਮੇਨ ਉਦੇਸ਼ ਹੈ ਔਰ ਇਸ ਯੂਨੀਵਰਸਿਟੀ ਨੇ ਸ਼ੁਰੂ ਤੋਂ ਲੈ ਕੇ 1961 ਦੇ ਐਕਟ ਦੇ ਮੁਤਾਬਕ ਬਣੀ, 62 ਦੇ ਵਿੱਚ ਉਹਦੇ 'ਚ ਸ਼ੁਰੂ ਹੋ ਗਿਆ ਕੰਮ, ਤੇ ਉਹ ਸਾਰਾ ਜਿਹੜਾ ਇਹ ਯੂਨੀਵਰਸਿਟੀ ਦੇ ਵਿੱਚ ਮਾਲਵਾ ਜਿਹੜਾ ਖੇਤਰ ਹੈ, ਘੱਟੋ ਘੱਟ ਇਸ ਸੂਬੇ ਦੀ ਵੱਡੀ ਆਬਾਦੀ, ਹੁਣ 9 ਜ਼ਿਲ੍ਹੇ ਜਿਹੜੇ ਨੇ ਉਹਨਾਂ ਨੂੰ ਕੇਟਰ ਕਰਦੀ ਹੈ, ਉਹਨਾਂ ਦੇ ਲੱਖਾਂ ਵਿਦਿਆਰਥੀਆਂ ਨੂੰ ਕੇਟਰ ਕਰਦੀ ਹੈ। ਜੇ ਯੂਨੀਵਰਸਿਟੀ ਸ਼ਾਇਦ ਨਾ ਬਣਾਈ ਜਾਂਦੀ ਤਾਂ ਮਾਲਵੇ ਦੇ ਲੋਕ ਪੜ੍ਹਾਈ ਲਿਖਾਈ ਦੇ ਪੱਖੋਂ, ਉੱਚ ਵਿੱਦਿਆ ਦੇ ਪੱਖੋਂ ਊਣੇ ਰਹਿ ਜਾਂਦੇ, ਉਹਨਾਂ ਲਈ ਹੋਰ ਕੋਈ ਸਕੋਪ ਨਹੀਂ ਸੀ ਇਸ ਪੱਧਰ ਦੇ ਉੱਤੇ। ਉਹਦੀ ਕੰਟਰੀਬਿਊਸ਼ਨ ਹੈ, ਉਹਨੇ ਵੱਡੇ ਵੱਡੇ ਵਿਦਵਾਨ ਪੈਦਾ ਕੀਤੇ ਤੇ ਲੋਕਾਂ ਨੂੰ ਪੜ੍ਹਾਈ ਦੇ ਪੱਖ ਤੋਂ ਬਹੁਤ ਵੱਡਾ ਮਾਹੌਲ ਲਿਖ ਦਿੱਤਾ। ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਤੀ ਸੰਕਟ ਦਾ ਸਵਾਲ, ਵੈਸੇ ਹੀ ਸਰਕਾਰਾਂ ਨੇ ਬੜੇ ਲੰਮੇ ਸਮੇਂ ਤੋਂ ਇੱਕ ਤਾਂ ਜਨਰਲ ਉਹਦਾ ਟ੍ਰੈਂਡ ਹੈ ਕਿ ਉਹਨਾਂ ਨੇ ਵਿੱਦਿਆ ਦੇ ਵਿੱਚੋਂ, ਉਹਨਾਂ ਨੇ ਸਿਹਤ ਦੇ ਵਿੱਚੋਂ ਜਿਹੜੀਆਂ ਜ਼ਰੂਰਤਾਂ ਨੇ ਲੋਕਾਂ ਦੀਆਂ, ਉਹਦੇ ਤੋਂ ਹੱਥ ਖਿੱਚਣਾ ਸ਼ੁਰੂ ਕਰ ਦਿੱਤਾ। ਜੀ ਬਿਲਕੁਲ। ਉਹਨਾਂ ਦੇ ਵਿੱਚ ਵੀ ਉਹਨਾਂ ਨੇ ਨਿੱਜੀਕਰਨ ਨੂੰ ਖੁੱਲ੍ਹਾ ਸੱਦਾ ਦਿੱਤਾ ਤੇ ਸਿਹਤ ਸਕੂਲ ਵੀ ਪ੍ਰਾਈਵੇਟ ਕਰ ਦਿਓ ਤੇ ਹਾਇਰ ਐਜੂਕੇਸ਼ਨ ਵੀ ਪ੍ਰਾਈਵੇਟ ਕਰ ਦਿਓ। ਬਾਕੀ ਹੈ ਉਹਦੇ ਨਾਲ ਕੀ ਫਰਕ ਪੈਂਦਾ? ਉਹਦੇ ਨਾਲ ਫਰਕ ਇਹ ਪੈਂਦਾ ਕਿ ਇੱਕ ਤਾਂ ਇਕਸਾਰਤਾ ਵਾਲੇ ਮੌਕੇ ਇਸ ਦੇਸ਼ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਉਹਨੇ ਕਿਹਾ ਸੀ ਕਿ ਜੇਕਰ ਤੁਸੀਂ ਇੱਕੋ ਜਿਹੇ ਸਕੂਲ ਨਹੀਂ ਦੇ ਸਕਦੇ ਤਾਂ ਜਿਹੜੇ ਬਰਾਬਰੀ ਦੇ ਸਿਧਾਂਤ ਜਾਂ ਬਰਾਬਰੀ ਦੀਆਂ ਗੱਲਾਂ ਕਰਨਾ ਜਿਹੜਾ ਇਹ ਫਰਾਡ ਹੈ, ਤੇ ਇੱਕੋ ਜਿਹੀ ਵਿੱਦਿਆ ਦੇਣੀ ਪਊਗੀ, ਬੱਚਿਆਂ ਨੂੰ ਇੱਕੋ ਜਿਹੇ ਮੌਕੇ ਦੇਣੇ ਪੈਣਗੇ, ਤਾਂ ਕੋਈ ਬਰਾਬਰੀ ਦੀ ਗੱਲ ਤੁਸੀਂ ਰੀਅਲ ਸੈਂਸ ਦੇ ਵਿੱਚ ਕਰ ਸਕਦੇ ਹੋ। ਇਹ ਸਕੂਲ ਐਜੂਕੇਸ਼ਨ ਤੋਂ ਹੀ ਅਸੀਂ ਅਲੱਗ-ਅਲੱਗ ਸਕੂਲ ਪੈਦਾ ਕਰਤੇ, ਇੱਕ ਫੁੱਟ ਪਾਤੀ ਹੈ, ਗਰੀਬ ਦਾ ਸਕੂਲ ਹੋਰ ਹੈ ਤੇ ਦੂਜੇ ਦਾ ਹੋਰ ਹੈ। ਤੇ ਹੁਣ ਤੁਸੀਂ ਹਾਇਰ ਐਜੂਕੇਸ਼ਨ ਤਾਂ ਬਿਲਕੁਲ ਹੀ ਖਤਮ ਕਰ ਰਹੇ ਹੋ। ਪੰਜਾਬ ਦੇ ਨਾਂ ਹੇਠ ਹੈ ਪਹਿਲਾ ਕਰਜ਼ਾ ਜਿਹੜਾ 2005 ਦੇ ਵਿੱਚ ਲੈਣਾ ਪਿਆ ਸੀ, ਤੇ ਉਦੋਂ ਬਾਅਦ ਤੁਸੀਂ ਇਹਦੀ ਬਜਾਏ ਕਿ ਸਰਕਾਰ ਦੇ, ਤੁਸੀਂ ਪਹਿਲਾਂ ਤਾਂ ਬੱਚਿਆਂ ਤੇ ਜਦੋਂ ਬੋਝ ਪਾਉਂਦੇ ਹੋ, ਫੀਸਾਂ ਵੱਡੀਆਂ ਰੱਖਦੇ ਹੋ, ਤਾਂ ਜਿਹੜਾ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਦਾ ਜਾਂ ਉਦੋਂ ਗਰੀਬ ਦਾ ਬੱਚਾ ਹੈ, ਉਹਦੇ ਲਈ ਉੱਚ ਵਿੱਦਿਆ ਦਾ ਰਾਹ ਤੁਸੀਂ ਬੰਦ ਕਰ ਦਿੰਦੇ ਹੋ। ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਸਗੋਂ ਸਰਕਾਰ ਸਕਾਲਰਸ਼ਿਪ ਦਿੰਦੀ ਹੈ, ਬਾਕੀ ਚੀਜ਼ਾਂ ਦਿੰਦੀ ਹੈ ਤਾਂ ਕਿ ਇੰਟੈਲੀਜੈਂਟ ਬੱਚੇ ਸਾਰੇ ਹਾਇਰ ਐਜੂਕੇਸ਼ਨ ਤੋਂ ਵਾਂਝੇ ਨਾ ਰਹਿਣ ਤੇ ਉਹ ਪੜ੍ਹ ਜਾਣ। ਤੇ ਯੂਨੀਵਰਸਿਟੀ ਨੂੰ ਲਗਭਗ 300 ਕਰੋੜ ਰੁਪਏ
ਖਿੱਚਣਾ ਮੰਦਭਾਗਾ ਹੈ, ਉਹਦੇ ਵਿੱਚ ਵੀ ਉਹਨੂੰ ਤਰਜੀਹੀ ਆਧਾਰ ਤੇ ਲੈਣਾ ਚਾਹੀਦਾ ਸਰਕਾਰ ਨੂੰ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਹੈ, ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਦਾ ਕੰਮ ਵੀ ਜਿੱਥੇ ਕਰਦੀ ਆ ਰਹੀ ਹੈ, ਉੱਥੇ ਹੀ ਪੰਜਾਬੀ ਯੂਨੀਵਰਸਿਟੀ ਤੋਂ ਲੱਖਾਂ ਕਰੋੜਾਂ ਵਿਦਿਆਰਥੀ ਜਿਹੜੇ ਹੈਗੇ ਪੜ੍ਹ ਕੇ ਪੰਜਾਬ ਦਾ, ਭਾਰਤ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਕਰ ਚੁੱਕੀ ਹੈ ਵੀ ਕਿ ਇਸ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰਾਂ ਨੂੰ ਕਿਸ ਤਰ੍ਹਾਂ ਜਿਹੜੀ ਹੈਗੀ ਹੈ, ਜਾਂ ਕੇਂਦਰ ਸਰਕਾਰ ਨੂੰ ਕਿਸ ਤਰ੍ਹਾਂ ਹੀ ਪਹਿਲ ਜਿਹੜੀ ਹੈ ਕਰਨੀ ਚਾਹੀਦੀ ਹੈ? ਅਸਲ ਦੇ ਵਿੱਚ ਤਾਂ ਇਹੀ ਹੈ ਸਵਾਲ ਕਿ ਸਰਕਾਰਾਂ ਨੇ ਪਾਲਿਸੀ ਲੈਵਲ ਤੇ ਇਹਨਾਂ ਚੋਂ ਹੱਥ ਖਿੱਚਿਆ ਐਜੂਕੇਸ਼ਨ ਚੋਂ। ਕੋਈ ਐ ਨਹੀਂ ਹੈ ਕਿ ਕਿਸੇ ਇੱਕ ਸਰਕਾਰ ਨੇ ਜਾਂ ਦੂਜੀ ਨੇ ਜਾਂ ਤੀਜੀ ਨੇ ਕਰ ਲਿਆ ਔਰ ਫਿਰ ਸਰਕਾਰਾਂ ਨੇ ਦੇਤਾ ਯੂਨੀਵਰਸਿਟੀਆਂ ਨੂੰ ਤੇ ਕਾਲਜਾਂ ਨੂੰ, ਤੇ ਤੁਸੀਂ ਜਿਹੜੇ ਆਪਣੇ ਢੰਗ ਦੇ ਨਾਲ ਸਵੈ ਚਾਲਕ ਜਿਹੜੇ ਚੀਜ਼ਾਂ ਨੇ, ਜਿੰਨੇ ਪੈਸੇ ਦੇਣਗੇ ਬੱਚੇ ਉਹਨਾਂ ਨਾਲ ਹੀ ਚਲਾਉਣ ਵਾਲੇ ਕੁਝ ਕੋਰਸ ਸ਼ੁਰੂ ਕਰ ਦਿਓ। ਤੇ ਉਹ ਕੋਰਸ ਦਾ ਮਤਲਬ ਇਹ ਹੈ ਕਿ ਤੁਸੀਂ ਉਨੇ ਬੱਚੇ ਤੇ ਭਾਰ ਪਾ ਦਿੰਦੇ ਹੋ, ਤੇ ਬੱਚੇ ਕਿਵੇਂ ਆਉਣਗੇ, ਪੜ੍ਹਨਗੇ ਕਿਵੇਂ? ਕੀ ਇਹਨਾਂ ਦਾ ਮਤਲਬ ਇਹ ਕੋਈ ਫੈਕਟਰੀ ਨਹੀਂ ਹੈ ਵਿੱਦਿਆ, ਤੇ ਕੋਈ ਤੁਰੰਤ ਦਾ ਬੱਲੇ ਬੱਲੇ ਕਰਾਉਣ ਲਈ ਸ਼ਾਇਦ ਵੋਟ ਕੈਪਚਰ ਦਾ ਵੀ ਐਡਾ ਵੱਡਾ ਸਾਧਨ ਨਹੀਂ ਹੈ। ਜਿਵੇਂ ਤੁਸੀਂ ਸੜਕ ਬਣਾਤੀ ਦਿਖਾਉਂਦੇ ਹੋ, ਆ ਮੈਂ ਸੜਕ ਬਣਾਤੀ, ਇਹਦੇ ਲੰਮੇ ਸਮੇਂ ਲਈ ਸਮਾਜ ਨੂੰ ਵਿਕਸਿਤ ਕਰਨ ਦੇ, ਸਮਾਜ ਦੇ ਵਿੱਚ ਜਿਹੜਾ ਹਿਊਮਨ ਰਿਸੋਰਸਜ਼ ਹੈ, ਜਿਹੜਾ ਇਨਸਾਨ ਹੈ, ਜਿਹੜਾ ਉਹਦਾ ਵੈਲਿਊਜ਼ ਜੁੜਦੀਆਂ ਨੇ ਸਮਾਜ ਦੇ ਵਿੱਚ, ਜਿਹੋ ਜਿਹੇ ਮਨੁੱਖ ਤੁਸੀਂ ਪੈਦਾ ਕਰਦੇ ਹੋ ਉਹੋ ਜਿਹਾ ਸਮਾਜ ਬਣਦਾ, ਉਹਦੀ ਬਣਤਰ ਬਣਦੀ ਹੈ। ਉਹਦੇ ਵਾਸਤੇ ਸਰਕਾਰਾਂ ਦੀ ਤਰਜੀਹ ਬਦਲਣ ਦੀ ਲੋੜ ਹੈ। ਪੰਜਾਬੀ ਜ਼ੁਬਾਨ ਦਾ ਜਿਹੜਾ ਸਵਾਲ ਹੈ ਤੁਸੀਂ ਦੇਖੋ, ਤੇ ਪੰਜਾਬੀ ਜ਼ੁਬਾਨ ਤੇ ਸੰਕਟ ਦੀ ਗੱਲ ਵੀ ਮੰਨੀ ਜਾ ਰਹੀ ਹੈ ਕਿ ਤੁਸੀਂ ਉਹਨੂੰ ਨਹੀਂ, ਜੇ ਉਹ ਰੁਜ਼ਗਾਰ ਪੈਦਾ ਕਰੂਗੀ ਤਾਂ ਉਹਦੇ ਨਾਲ ਲੋਕ ਜੁੜਨਗੇ। ਤੁਸੀਂ ਇੱਕ ਹਾਈਪ ਕ੍ਰੀਏਟ ਕਰਤੀ ਹੈ ਕਿ ਪੰਜਾਬੀ 'ਚ ਨਹੀਂ, ਔਰ ਭਾਸ਼ਾ ਐਕਟ ਬਣਿਆ ਹੋਇਆ, ਭਾਸ਼ਾ ਐਕਟ ਦੇ ਤਹਿਤ ਤੁਹਾਡੀਆਂ ਲੋਅਰ ਕੋਰਟਾਂ ਦੇ ਵਿੱਚ ਵੀ ਪੰਜਾਬੀ ਦੀ ਜ਼ੁਬਾਨ ਦੇ ਨਾਲ ਕੰਮ ਕਰਨਾ ਸੀ, ਤੇ ਜੇ ਉੱਥੇ ਤੁਸੀਂ ਬੰਦੇ ਨਹੀਂ ਰੱਖਦੇ, ਦੁਭਾਸ਼ੀਏ ਬੰਦੇ ਨਹੀਂ ਰੱਖਦੇ, ਜਿਹੜੇ ਉਹਦੇ ਟਰਾਂਸਲੇਟਰ ਹੋਣਗੇ, ਕਿੰਨੇ ਹੀ ਭਰਤੀ ਕਰਨ ਦੀ ਲੋੜ ਹੈ, ਕਿੰਨਾ ਹੀ ਰੁਜ਼ਗਾਰ ਨਵਾਂ ਸਿਰਜਣ ਦੀ ਲੋੜ ਹੈ। ਤੇ ਜਦੋਂ ਨਵਾਂ ਰੁਜ਼ਗਾਰ ਸਿਰਜਿਆ ਜਾਊਗਾ, ਲੋਕ ਪੰਜਾਬੀ ਵੱਲ ਵੀ ਚੱਲ ਪੈਣਗੇ, ਪੰਜਾਬੀ ਪੜ੍ਹਨ ਵੀ ਚੱਲ ਲੱਗ ਜਾਣਗੇ, ਤੇ ਪੰਜਾਬੀ ਕਲਚਰ ਨੂੰ ਵੀ ਪ੍ਰਮੋਟ ਕਰਨਗੇ। ਇਸੇ ਕਰਕੇ ਜਿਹੜੇ ਸਿੰਬੋਲਿਕ ਵੀ ਹੈ, ਜੇ ਪੰਜਾਬੀ ਯੂਨੀਵਰਸਿਟੀ ਵਰਗੀ ਸੰਸਥਾ, ਉਹਨੂੰ ਐਜ਼ ਏ ਸਿੰਬਲ ਖੜਾ ਰੱਖਣਾ ਨਾ ਕੇਵਲ ਸਰਕਾਰਾਂ ਦੀ ਲੋੜ ਹੈ, ਟੋਟਲ ਪੰਜਾਬ ਦੀ ਲੋੜ ਹੈ, ਪੰਜਾਬੀਅਤ ਦੀ ਲੋੜ ਹੈ, ਸਮੁੱਚੇ ਸੱਭਿਆਚਾਰ ਨੂੰ ਖੜਾ ਰੱਖਣ ਦੀ ਲੋੜ ਹੈ। ਇਸੇ ਕਰਕੇ ਸਰਕਾਰਾਂ ਨੂੰ ਇਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਬਜਟ ਗਰਾਂਟਾਂ, ਬਜਟਾਂ ਦੇ ਵਿੱਚ ਪ੍ਰੋਵੀਜ਼ਨ ਕਰਨ ਦੀ ਲੋੜ ਹੈ। ਸਾਡੀਆਂ ਇਹ ਯੂਨੀਵਰਸਿਟੀਆਂ ਨੇ, ਇਹ ਪੰਜਾਬ ਗੌਰਮੈਂਟ ਦੀ ਜ਼ਿੰਮੇਵਾਰੀ ਹੈ। ਸੈਂਟਰ ਦੀ ਯੂਨੀਵਰਸਿਟੀ ਉਹ ਆਪਣੀਆਂ ਜ਼ਿੰਮੇਵਾਰੀਆਂ ਉਸ ਲੈਵਲ ਤੇ ਉੱਤੇ ਨਿਭਾਉਣ ਦੀ ਲੋੜ ਹੈ। ਔਰ ਇਹਦੇ ਕਰਕੇ ਇਹ ਹੈ ਕਿ ਬਾਕੀ ਕਿੱਥੇ ਖਰਚੇ ਤੁਸੀਂ ਕੱਟ ਕਰ ਸਕਦੇ ਹੋ, ਕੱਟ ਤੁਸੀਂ ਉਸ ਤੇ ਨਾ ਲਾਓ ਕਿ ਐਜੂਕੇਸ਼ਨ ਤੇ ਲਾ ਦਿਓ। ਆਪਣੀਆਂ ਜਿਹੜੀਆਂ ਗਲਤ ਤਰੀਕੇ ਦੇ ਨਾਲ ਜਿਹੜੀਆਂ ਆਪਣੀਆਂ ਅਜਾਸੀਆਂ ਨੇ ਉਹਨਾਂ ਤੇ ਕੱਟ ਲਾਓ ਤੁਸੀਂ। ਉਹਨਾਂ ਤੋਂ ਖਰਚਾ ਘੱਟ ਕੇ ਲਗਜ਼ਰੀ ਗੱਡੀਆਂ ਤੁਸੀਂ ਜਦ ਮਰਜ਼ੀ ਲੈ ਲੈਂਦੇ ਹੋ, ਜਿੰਨਾ ਖੁੱਲ੍ਹਾ ਤੇਲ ਜਦ ਮਰਜ਼ੀ ਦੇ ਦਿੰਦੇ ਹੋ, ਜਿੰਨੀਆਂ ਤਨਖਾਹਾਂ ਆਪਣੀਆਂ ਜਦ ਮਰਜ਼ੀ ਵਧਾ ਲੈਂਦੇ ਹੋ, ਉਹਨਾਂ ਸਾਰੀਆਂ ਚੀਜ਼ਾਂ ਦੀ ਬਜਾਏ ਜੇ ਪੰਜਾਬ ਸੈਂਟਰਿਕ ਔਰ ਬੱਚਾ ਸੈਂਟਰਿਕ ਅਪਰੋਚ ਹੋਏਗੀ ਤਾਂ ਗੌਰਮੈਂਟ ਉਹਨਾਂ ਬਜਟ ਵੀ ਰੱਖਣ ਲਈ ਤਿਆਰ ਹੋ ਜਾਏਗੀ। ਇੰਨਾ ਕੁ ਬਜਟ ਕਿਹਾ ਜਾਂਦਾ ਸਰਕਾਰਾਂ ਦੇ ਖੱਲਾਂ ਖੂੰਜਿਆਂ ਦੇ ਵਿੱਚੋਂ ਵੀ ਨਿਕਲ ਆਉਂਦਾ। ਜੇਕਰ ਸਰਕਾਰ ਚਾਹੇ, ਉਹਦੀ ਨੀਅਤ ਹੋਵੇ, ਤਾਂ ਉਹ ਨੀਤੀ ਨੂੰ ਉਸ ਲੈਵਲ ਤੇ ਪ੍ਰਭਾਵਿਤ ਕਰ ਸਕਦੀ ਹੈ। ਇਹ ਸਾਰੇ ਇੰਟੈਲੈਕਚੁਅਲ ਦੀ ਵੀ, ਜਨਤਕ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਨੂੰ ਦਬਾਅ ਪਾਉਣ ਕਿ ਉਹ ਇਸ ਪਾਸੇ ਵੱਲ ਧਿਆਨ ਦੇਵੇ ਤੇ ਐਜੂਕੇਸ਼ਨ ਦੇ ਫੀਲਡ ਨੂੰ ਉਸ ਕਿਸਮ ਦਾ ਪ੍ਰਾਈਵੇਟ ਵਪਾਰ ਦੇ ਵਾਸਤੇ ਖੁੱਲ੍ਹਾ ਨਾ ਛੱਡੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਸਰਕਾਰ ਚਾਹੇ ਤਾਂ ਉਹ ਸਿੱਖਿਆ ਦਾ ਖੇਤਰ ਹੋਵੇ, ਚਾਹੇ ਹੋਵੇ ਸਿਹਤ ਦਾ, ਉਹ ਉਸ ਲਈ ਕੁਝ ਵੀ ਕਰ ਸਕਦੀ ਹੈ। ਬਸ ਇਸ ਲਈ ਲੋੜ ਹੈ ਤਾਂ ਵਧੀਆ ਨੀਤੀ ਦੀ ਤੇ ਵਧੀਆ ਸੋਚ ਦੀ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।